Good morning, students. Today we will start a new chapter, Right to Information Act 2005. ਅੱਜ ਆਪਾਂ ਕਰਾਂਗੇ RTI Act 2005. RTI Act ਕੀ ਹੈ? ਦੇਖੋ, ਜਦੋਂ ਕਿਸੇ ਵੀ ਪਰਸਨ ਨੂੰ ਕੀ ਲੱਗ ਰਿਹਾ ਹੈ ਕਿ ਮੇਰੇ ਨਾਲ ਕਿਸੇ ਵੀ ਕੀ ਹੋ ਰਿਹਾ, ਕੋਈ ਫਰੋਡ ਹੋ ਰਿਹਾ ਹੈ ਨਾ, ਕੋਈ ਕੰਸੀਲਮੈਂਟ ਹੋ ਰਹੀ ਹੈ, ਮਤਲਬ ਕਿ ਕੀ ਹੈ, ਟਰਾਂਸਪੇਰੈਂਸੀ ਨਹੀਂ ਹੈਗੀ, ਤਾਂ ਆਪਾਂ ਕੀ ਕਰ ਸਕਦੇ ਹਾਂ, RTI ਜਿਹੜੀ ਉਹ ਫਾਈਲ ਕਰ ਸਕਦੇ ਹਾਂ। ਮੀਨਸ ਆਪਾਂ ਨੂੰ ਕਿਸੇ ਵੀ ਇਨਫੋਰਮੇਸ਼ਨ ਦੇ ਕੋਈ ਵੀ ਡਾਊਟ ਵਗੈਰਾ, ਕੋਈ ਕੰਸੀਲਮੈਂਟ ਦੇ ਥਰੂ ਆਪਣੇ ਨਾਲ ਕੋਈ ਫਰੋਡ ਕਰ ਰਿਹਾ, ਤਾਂ ਆਪਾਂ ਕੀ ਕਰ ਸਕਦੇ ਹਾਂ, ਫਾਈਲ ਕਰ ਸਕਦੇ ਹਾਂ ਜਾ ਕੇ RTI ਦੇ ਥਰੂ। ਤਾਂ ਇਹ ਆਪਣਾ ਕਿਹੜਾ ਐਕਟ ਹੈ? RTI Act 2005 ਹੈ। The roots of the RTI Act 2005 are embedded deeply within the concept of freedom of information, that is an accepted global phenomenon to provide a legal right to people to access information। ਤਾਂ ਇੱਕ ਕੀ ਹੈ ਇਹ? ਫਰੀडम ਆਫ ਇਨਫੋਰਮੇਸ਼ਨ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਵੀ ਤੁਹਾਨੂੰ ਕੀ ਲੱਗ ਰਿਹਾ, ਕੋਈ ਵੀ ਡਾਊਟ ਵਗੈਰਾ ਲੱਗ ਰਿਹਾ, ਤੁਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚੋਂ ਤੁਸੀਂ ਇਨਫੋਰਮੇਸ਼ਨ ਕੀ ਕਰ ਸਕਦੇ ਹੋ, ਕਲੈਕਟ ਕਰ ਸਕਦੇ ਹੋ। ਦੇਖੋ, ਜਿਵੇਂ ਆਪਾਂ ਇਸ ਤੋਂ ਪ੍ਰੀਵੀਅਸ ਜਿਹੜਾ ਐਕਟ ਕੀਤਾ ਸੀ, ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਕੀਤਾ ਸੀ, ਠੀਕ ਹੈ। ਹੁਣ ਤੁਸੀਂ ਸਪੋਜ਼ ਕਰੋ ਤੁਸੀਂ ਕਿ ਇੱਕ ਬਾਇਰ ਹੋ, ਤੁਹਾਨੂੰ ਕੀ ਲੱਗ ਰਿਹਾ ਵੀ ਜਿਹੜਾ ਤੁਹਾਡਾ ਸੈਲਰ ਤੁਹਾਡੇ ਨਾਲ ਕੀ ਕਰ ਰਿਹਾ, ਫਰੋਡ ਕਰ ਰਿਹਾ ਹੈ, ਅਨਫੇਅਰ ਟ੍ਰੇਡ ਪ੍ਰੈਕਟਿਸਿਸ ਕਰ ਰਿਹਾ ਹੈ, ਰਿਸਟ੍ਰਿਕਟਿਵ ਟ੍ਰੇਡ ਪ੍ਰੈਕਟਿਸਿਸ ਕਰ ਰਿਹਾ ਹੈ, ਠੀਕ ਹੈ। ਤੁਹਾਡੇ ਤੋਂ ਕੋਈ ਇਨਫੋਰਮੇਸ਼ਨ ਜਿਹੜੀ ਉਹ ਕੰਸੀਲ ਕਰ ਰਿਹਾ, ਛੁਪਾ ਰਿਹਾ ਹੈ, ਠੀਕ ਹੈ। ਤਾਂ ਤੁਸੀਂ ਕੀ ਕਰ ਸਕਦੇ ਹੋ? RTI ਫਾਈਲ ਕਰ ਸਕਦੇ ਹੋ ਇਜ਼ਲੀ। RTI ਫਾਈਲ ਕਰਨ ਦਾ ਮਤਲਬ ਕੀ ਇੱਥੇ ਕਿ ਤੁਸੀਂ ਈਚ ਐਂਡ ਐਵਰੀਥਿੰਗ ਹੈ ਜਿਹੜਾ ਉਹ ਫਾਈਂਡ ਆਊਟ ਕਰ ਸਕਦੇ ਹੋ। RTI ਫਾਈਲ ਕਰਕੇ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਉਹ ਮਿਲ ਸਕਦੀ ਹੈ। ਨੈਕਸਟ ਕਿਤੇ ਦੇਖੋ ਆਪਣੇ, ਵਾਈ ਫਰੀडम ਆਫ ਇਨਫੋਰਮੇਸ਼ਨ ਫਾਰ ਪਬਲਿਕ ਕਿਉਂ RTI ਫਾਈਲ ਕਰਦੀ ਹੈ, ਕੀ ਜ਼ਰੂਰਤ ਪੈਂਦੀ ਹੈ? ਫਸਟ ਕੀ ਹੈ, ਫॉर द ਇੰਪਰੂਵਮੈਂਟ ਇਨ ਦ ਡੈਮੋਕ੍ਰੇਟਿਕ ਪ੍ਰੋਸੈਸਿਸ। ਦੇਖੋ, ਜੇ ਆਟੋਕ੍ਰੇਟਿਕ ਹੀ ਹੋ ਗਿਆ, ਆਟੋਕ੍ਰੇਟਿਕ ਕੀ ਹੁੰਦਾ, ਬਹੁਤ ਹੀ ਰੂਲਸ ਐਂਡ ਰੈਗੂਲੇਸ਼ਨ, ਸਟ੍ਰਿਕਟ ਆਰਡਰ ਦੇ ਅੰਡਰ, ਠੀਕ ਹੈ। ਮੀਨਸ ਕਿਸੇ ਨੂੰ ਕੋਈ ਫਰੀडम ਨਹੀਂ ਹੁੰਦੀ, ਨੋਟ ਐਨੀ ਫਰੀडम ਰਾਈਟ ਟੂ ਹੀਅਰ ਇਟ ਐਕਸਟਰਾ, ਦੇयर ਇਜ਼ ਨੋਟ ਐਨੀਥਿੰਗ ਅਬਾਊਟ ਇਟ। ਸੋ ਆਪਾਂ ਕੀ ਕਹਿ ਸਕਦੇ ਹਾਂ ਕਿ ਇੰਪਰੂਵਮੈਂਟ ਡੈਮੋਕ੍ਰੇਟਿਕ ਪ੍ਰੋਸੈਸਿਸ ਦੇ ਲਈ ਕੀ ਹੈ, RTI ਜਿਹੜੀ ਆਪਾਂ ਫਾਈਲ ਕਰਨੀ ਪੈਂਦੀ ਹੈ। ਟੂ ਇੰਪਾਵਰ ਪੀਪਲ ਟੂ ਡਿਮਾਂਡ ਦੇਅਰ ਰਾਈਟਸ। ਪੀਪਲ ਕੀ ਹੋ ਜਾਣਗੇ, ਆਪਣੇ ਰਾਈਟਸ ਲਈ ਕੀ ਕਰਨਗੇ, ਉਹ ਡਿਮਾਂਡ ਕਰ ਸਕਦੇ ਨੇ। ਟੂ ਕਾਊਂਟਰ ਕਰਪਸ਼ਨ ਦੇਖੋ, ਤੁਹਾਨੂੰ ਪਤਾ ਹੈ ਨਾ, ਕਰਪਸ਼ਨ ਵਗੈਰਾ ਨੂੰ ਓਵਰਕਮ ਕਰਨ ਦੇ ਲਈ, ਰਿਡਿਊਸ ਕਰਨ ਦੇ ਲਈ ਕੀ ਆਇਆ, RTI ਐਕਟ ਆਇਆ। ਨੈਕਸਟ ਇਜ਼ ਟੂ ਮੇਕ ਗਵਰਨਮੈਂਟ ਬੋਡੀਜ਼ ਵਰਕ ਐਫੀਸ਼ੀਐਂਟਲੀ ਐਂਡ ਟਰਾਂਸਪੇਰੈਂਸੀ ਕੀ ਹੁੰਦੀ ਹੈ ਵੀ ਜਦੋਂ ਸਭ ਕੁਛ ਆਪਣੇ ਕੀ ਹੁੰਦਾ, ਸਾਹਮਣੇ ਹੁੰਦਾ, ਠੀਕ ਹੈ। ਆਪਾਂ ਕਹਿ ਸਕਦੇ ਕਿ ਟਰਾਂਸਪੇਰੈਂਸੀ ਸਿਸਟਮ ਦੇ ਵਿੱਚ। ਟੂ ਇਨੇਬਲ ਦਾ ਕਮਰਸ਼ੀਅਲ ਯੂਜ਼ ਆਫ ਪਬਲਿਕ ਇਨਫੋਰਮੇਸ਼ਨ, ਤਾਂ ਕਰਕੇ ਪਬਲਿਕ ਇਨਫੋਰਮੇਸ਼ਨ ਦਾ ਕੀ ਹੋ ਸਕੇ, ਪ੍ਰੋਪਰ ਯੂਜ਼ ਹੋ ਸਕੇ। ਐਂਡ ਟੂ ਸਪੋਰਟ ਮੀਡੀਆ ਟੂ ਵਰਕ ਇੰਡੀਪੈਂਡੈਂਟਲੀ ਕੀ ਹੁੰਦਾ, ਵਿਦਆਊਟ ਐਨੀ ਇੰਟਰਫੇਰੈਂਸ ਵਰਕ ਕਰਨਾ। ਨੈਕਸਟ ਕੀ ਹੈ, RTI Act 2005 ਕਦੋਂ ਆਇਆ, ਕੀ ਇਸਦਾ ਐਕਸਟੈਂਟ ਹੈ, ਕੀ ਟਾਈਟਲ ਅਤੇ ਕੀ ਕਮੈਂਸਮੈਂਟ ਹੈ। ਫਸਟ ਦੇਖੋ, ਟਾਈਟਲ ਆਫ ਦ ਐਕਟ, ਦਿਸ ਐਕਟ ਮੇ ਬੀ ਕਾਲਡ ਦਾ ਰਾਈਟ RTI Act 2005। ਦਿਸ ਐਕਟ ਐਕਸਟੈਂਡਡ ਟੂ ਹੋਲ ਆਫ ਇੰਡੀਆ ਐਕਸੈਪਟ ਦਾ ਸਟੇਟ ਆਫ ਜੰਮੂ ਐਂਡ ਕਸ਼ਮੀਰ। ਬਟ ਜਿਹੜੀ ਹੁਣ ਇਹ ਲਾਈਨ ਹੈ ਇਹ ਤੁਹਾਡੀ ਕੀ ਹੋਗੀ, ਰਿਮੂਵ ਹੋ ਗਈ, ਇਸਨੂੰ ਕੱਟ ਦਿਓ ਤੁਸੀਂ ਬੁੱਕਸ ਦੇ ਵਿੱਚੋਂ, ਕਿਉਂਕਿ ਹੁਣ ਜਿਹੜੇ ਸਾਰੇ ਦੇ ਸਾਰੇ ਐਕਟਸ ਨੇ ਉਹ ਕੀ ਹੋ ਗਏ, ਹੁਣ ਹੋਲ ਆਫ ਇੰਡੀਆ ਐਪਲੀਕੇਬਲ ਹੋ ਗਏ। ਤਾਂ ਆਪਾਂ ਹੁਣ ਕਿਸੇ ਵੀ ਐਕਟ ਨੂੰ ਇਹ ਨਹੀਂ ਕਹਿ ਸਕਦੇ ਕਿ ਐਕਸੈਪਟ ਦਾ ਸਟੇਟ ਆਫ ਜੰਮੂ ਐਂਡ ਕਸ਼ਮੀਰ। ਨੋ, ਇਟਸ ਨਾਟ ਰਾਈਟ, ਕਿਉਂਕਿ ਪਿਛਲੇ ਹੀ ਕੀ ਹੋਇਆ, ਇੱਕ ਕੌਨਸਟੀਟਿਊਸ਼ਨ ਦੇ ਵਿੱਚ ਇੱਕ ਨਿਊ ਸ਼ਡਿਊਲਸ ਐਡ ਅਪ ਹੋਏ ਨੇ, ਤਾਂ ਕਰਕੇ ਕੋਈ ਵੀ ਐਕਟ ਜਿਹੜਾ ਉਹ ਕੀ ਹੋਲ ਆਫ ਇੰਡੀਆ ਨੂੰ ਐਪਲੀਕੇਬਲ ਹੈ। ਨੈਕਸਟ ਕੀ ਹੈ, ਕਮੈਂਸਮੈਂਟ। ਅਕੋਰਡਿੰਗ ਟੂ ਸੈਕਸ਼ਨ 1 ਸਬਸੈਕਸ਼ਨ 3 ਆਫ ਦ ਐਕਟ, the provisions of section 41, 51, 52, 12, 13, 14, 15, 16, 24, 27, 8 came into force at once on 15th June 2005। ਤਾਂ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਕਿ ਜਿਹੜਾ RTI ਐਕਟ ਆ ਉਹ ਕਦੋਂ ਫੋਰਸ ਦੇ ਵਿੱਚ ਆਇਆ, 15th June 2005 ਦੇ ਵਿੱਚ ਆਇਆ। ਤਾਂ ਨੈਕਸਟ ਆਪਾਂ ਕਰਾਂਗੇ ਸਕੋਪ ਦੇ ਵਿੱਚ। ਦੇਖੋ, ਸੇਮ ਪੁਆਇੰਟਸ ਜੋ ਪਹਿਲਾਂ ਕਰ ਚੁੱਕੇ ਹਾਂ। ਦ ਐਕਟ ਵਾਜ਼ ਇਨੈਕਟਡ ਟੂ ਮੇਨਟੇਨ ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਿਟੀ। ਅਕਾਊਂਟੇਬਿਲਿਟੀ ਕੀ ਹੁੰਦੀ ਹੈ? ਦੇਖੋ, ਇੱਕ ਤਾਂ ਹੁੰਦੀ ਹੈ ਰਿਸਪੋਂਸੀਬਿਲਿਟੀ, ਇੱਕ ਹੁੰਦੀ ਹੈ ਅਕਾਊਂਟੇਬਿਲਿਟੀ, ਠੀਕ ਹੈ। ਅਕਾਊਂਟੇਬਿਲਿਟੀ ਕੀ ਹੈ? ਦੇਖੋ, ਜਿਵੇਂ ਮੰਨ ਲਓ ਇੱਕ ਸੁਪੀਰੀਅਰ ਹੈ ਜਾਂ ਫਿਰ ਸੁਪਰਵਾਈਜ਼ਰ ਹੈ A, ਅਤੇ ਇੱਕ ਉਸਦਾ ਕੀ ਐਮਪਲੋਏ ਹੈ B। ਹੁਣ ਦੇਖੋ, A ਨੇ ਕੋਈ ਵੀ ਇੱਕ ਸਪੈਸੀਫਿਕ ਟਾਸਕ ਦਿੱਤਾ B ਨੂੰ, ਤਾਂ ਉਹ B ਉਸਦੇ ਲਈ ਕੀ ਹੋ ਜਾਏਗਾ, ਅਕਾਊਂਟੇਬਲ ਹੋ ਜਾਏਗਾ, ਠੀਕ ਹੈ। ਤਾਂ RTI ਐਕਟ ਅੰਡਰ ਜਿਹੜੀਆਂ ਵੀ ਐਡਮਿਨਿਸਟ੍ਰੇਟਿਵ ਬੋਡੀਜ਼ ਬਣੇ ਨੇ ਉਹ ਕੀ ਹੋਣਗੀਆਂ, ਪਬਲਿਕ ਨੂੰ ਅਕਾਊਂਟੇਬਲ ਹੋਣਗੀਆਂ। ਜਾਂ ਫਿਰ ਜਿਸ ਪਰਸਨ ਦੇ ਉਸਨੇ ਇਨਫੋਰਮੇਸ਼ਨ ਲੈਣੀ ਹੈ, ਜਿਸ ਪਰਸਨ ਦੇ ਅਗੇਂਸਟ ਉਸਨੇ RTI ਫਾਈਲ ਕੀਤੀ ਹੈ, ਉਹ ਕੀ ਹੋਏਗਾ, ਐਟ ਅ ਟਾਈਮ ਉਸਦੇ ਲਈ ਅਕਾਊਂਟੇਬਲ ਹੋਏਗਾ। ਨੈਕਸਟ ਆਪਣੇ ਕੋਲ ਆਬਜੈਕਟ ਆਫ ਦਾ ਐਕਟ, ਟੂ ਸੈਟ ਆਊਟ ਦਾ ਪ੍ਰੈਕਟੀਕਲ ਰਿਜ਼ਮ ਆਫ RTI ਫॉर ਸਿਟੀਜ਼ਨਸ। ਪ੍ਰੈਕਟੀਕਲ ਰਿਜ਼ਮ ਸੈਟ ਆਊਟ ਕਰਨ ਦੇ ਲਈ। ਟੂ ਸਿਕਿਓਰ ਐਕਸੈਸ ਟੂ ਇਨਫੋਰਮੇਸ਼ਨ ਨੂੰ ਐਕਸੈਸ ਕਰਨਾ। ਟੂ ਪ੍ਰਮੋਟ ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਿਟੀ, ਠੀਕ ਹੈ। ਦੈਨ ਟੂ ਇਨਸ਼ੋਰ ਕੰਸਟੀਟਿਊਸ਼ਨ ਆਫ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਐਂਡ ਸਟੇਟ ਇਨਫੋਰਮੇਸ਼ਨ ਕਮਿਸ਼ਨ, ਇਹ ਰਿਪਰੈਜ਼ੈਂਟੇਟਿਵ ਬੋਡੀਜ਼ ਨੇ, ਆਪਾਂ ਕੀ ਕਰਾਂਗੇ ਇਹਨਾਂ ਬਾਰੇ
डिटेल दे विच टू स्ट्रैंथन द एथोस ऑफ डेमोक्रेटिक रिपब्लिक, ठीक है, टू मेक गवर्नमेंट एंड देयर इंस्ट्रूमेंटैलिटीज़ अकाउंटेबल, टू चैक करप्शन। ये सारे की ने आरटीआई के ऑबजैक्टिव्स ने। नैक्सट अपना टॉपिक है, नैक्सट टॉपिक ये है वॉट डज इनफॉर्मेशन मीनस। इनफॉर्मेशन के की कुछ इनकलूडिड है, ठीक है। फस्ट के रिकॉर्ड्स, डॉकूमेंट्स, मीमोज, ईमेल, ओपीनियन, एडवाइस, प्रेस रिलीज, सर्कुलर्स, ऑर्डर, लॉग बुक्स, कॉन्ट्रैक्ट्स, रिपोर्ट, पेपर, सैंपल, मॉडल्स, डाटा मटीरियल हैल्ड इन एनी इलैक्ट्रॉनिक फॉर्म। तो ये सारे की ने रिकॉर्ड्स हो गए, डॉकूमेंट्स, मीमोज, ईमेल, ओपीनियन, एडवाइस, प्रैस रिलीज, ये सारे किस आ जाते हैं, आरटीआई आ जाते हैं। आप इन्हों की कर सकते हैं, इनफॉर्मेशन कलैक्ट कर सकते हैं। बट एक एक्सैप्शनल केस है फाइल नोटिंग, ठीक है। फाइल नोटिंग के रिलेटेड कोई भी इनफॉर्मेशन आप नहीं कर सकते, कलैक्ट नहीं कर सकते। बाकी सारे लाइक रिकॉर्ड हो गया, कोई ईमेल का डाटा है, कोई मीमोज ने, कोई डॉकूमेंट्स ने, कोई लॉग बुक्स ने, ये सारे का आप कर सकते हैं, इनफॉर्मेशन कलैक्ट कर सकते हैं। बट आप फाइल नोटिंग है जी, एक एक्सैप्शनल केस है, लिख लो तुम बुक के उपर, वो आप इनफॉर्मेशन कलैक्ट नहीं कर सकते। हूँ देखो फस्ट क्या रिकॉर्ड की हो सकते हैं, कोई मैप वगैरह हो गया, एनीथिंग परटेनिंग टू रिकॉर्ड वुड बी इनफॉर्मेशन अंडर दी एक्ट। नैक्सट के डॉकूमेंट की हो सकते हैं, इंडिविजुअल डॉकूमेंट हो गए, लीगल डॉकूमेंट्स ना, मीमोज हो गया, अपने डे टू डे ईमेल्स हो गई, ओपीनियंस हो गए, एडवाइस हो गए, प्रैस रिलीज हो गए, ये सारे कि एक इनफॉर्मेशन के अंडर कवर अप हो जाते हैं। आप इन्होंने की कर सकते हैं, आरटीआई फाइल कर सकते हैं, डाटा अपना कलैक्ट कर सकते हैं। नैक्सट टॉपिक की है आरटीआई, राइट टू इनफॉर्मेशन। आप कर चुके हैं पहला ही कि राइट टू इंस्पैक्शन ऑफ वर्क, डॉकूमेंट रिकॉर्ड, राइट टू टेकिंग नोट्स, एक्सट्रैक्ट सर्टिफाइड कॉपीज़, राइट टू टेकिंग सर्टिफाइड सैंपल ऑफ मटीरियल, ठीक है, मतलब कि मटीरियल के सैंपल्स कलैक्ट करने का राइट, या फिर कोई नोट्स वगैरह अपन लग रहे हैं कलैक्ट करनी इनफॉर्मेशन, अपन कोई डॉकूमेंट्स लग रहे हैं तो आप आरटीआई फाइल कर सकते हैं। नैक्सट टॉपिक है राइट्स अंडर आरटीआई। आरटीआई अंडर किहड़े राइट्स ने अपने को, फस्ट है इंस्पैक्शन। देखो तुहानूं की मिली है, इनफॉर्मेशन मिली है आरटीआई के अंडर, तो तुसीं की करोगे, उसमें इंस्पैक्ट करोगे, प्रॉपर चैकआउट करोगे, ठीक है, तुहाडी रिक्वायरमेंट अकॉर्डिंग इनफॉर्मेशन दी है या फिर नहीं दी ऑफिसर ने। Here means to see a work document or record closely, carefully and purposely. Here no document is obtained in any form, but the information is simply seen and scrutinized with the particular angle with due care or with due intelligence. इंस्पैक्शन का राइट है अपने को टेकिंग नोट्स, ठीक है। आरटीआई एक्ट ऑल्सो लाइज द फोटो कॉपीज़ ऑफ द रेलीवेंट डॉकूमेंट और रिकॉर्ड। जो तुहानूं ओरिजिनल इनफॉर्मेशन नहीं दे रहा ऑफिसर, ठीक है, ਜਾਂ डिपार्टमेंट, तो तुसीं की कर सकते हो, फोटो कॉपी भी कलैक्ट कर सकते हो, तुहाडे कोल की प्रॉपर राइट है। दैन आरटीआई ऑल्सो इनकलूड द सर्टिफाइड सैंपल्स ऑफ मटीरियल के की मिल जाएंगे, या फिर तुहानूं जो एग्जैक्ट मटीरियल नहीं मिलेगा तो उसके की मिल जाएंगे, छोटे छोटे सैंपल्स मिल जाएंगे, क्योंकि सैंपल तुहानूं की हो सकता है अपना आइडिया हो सकता है इनफॉर्मेशन का। नैक्सट की इनफॉर्मेशन मे बी obtained in the various electronic forms like डिस्क, फ्लॉपीज़, वीडियो कास्टिज़, तो तुहानूं की डाटा जिन्हों को की है मैनुअल के नाल इलैक्ट्रॉनिक फॉर्म के भी है, तो तुहानूं सीडीज़ वगैरह भी दे सकते हैं, फ्लॉपीज़ वगैरह भी दे सकते हैं, वीडियोज़ भी अपलोड कर सकते हैं, तो कि उन्होंने जी रिक्वायरमेंट है, ठीक है, वो ऑफलाइन दे रहे हैं डाटा या फिर ऑनलाइन दे रहे हैं, बट तुहाडे कोल एक राइट है, तुसीं इलैक्ट्रॉनिक फॉर्म के भी डाटा कलैक्ट कर सकते हो। नैक्सट अपने को की है प्रोसीजर ऑफ ऑबटेनिंग इनफॉर्मेशन। देखो प्रोसीजर आप नैक्सट क्लास के करांगे, बट फिर भी तुहानूं एक कनकलूजन पॉइंट दस दें। फस्ट आप की करते होंगे, जो तुमने की करनी आरटीआई फाइल कर पहला कितने जाते हो, पब्लिक इनफॉर्मेशन ऑफिसर को जाते हो, ठीक है, PIO को जाते हो, विदिन 30 डेज़ जाते हो। जो तो सल्यूशन उसके को नहीं हो रहा, फिर तुम कितने जाते हो, API के जाते हो। API की एक उससे टॉप बॉडी है, APIO की है, एपीलेट पब्लिक इनफॉर्मेशन ऑफिसर। तो आप नैक्सट फिर उस तो बाद नैक्सट प्रोसीजर करांगे नैक्सट क्लास के। थैंक यू।